ਇਨਵੈਸਟਿੰਗ ਜਾਂ ਟ੍ਰੇਡਿੰਗ ਦੇ ਵਿੱਚ ਤੁਸੀਂ ਪੈਸਾ ਲਗਾਉਣਾ ਚਾਹੁੰਦੇ ਤਾਂ ਤੁਹਾਡੇ ਲਈ ਇਹ ਵੀਡੀਓ ਦੇਖਣੀ ਬਹੁਤ ਜ਼ਰੂਰੀ ਆ। ਪੂਰੀ ਵੀਡੀਓ ਦੇਖਿਓ, ਇਹਦੇ ਵਿੱਚ ਮੈਂ ਸਾਰਾ ਕੁਝ ਕਿਵੇਂ ਤੁਸੀਂ ਇਨਵੈਸਟਿੰਗ ਸਟਾਰਟ ਕਰਨੀ ਆ ਜਾਂ ਕਿਉਂ ਕਰਨੀ ਚਾਹੀਦੀ ਆ ਜਾਂ ਕਿੱਥੇ ਕਰਨੀ ਚਾਹੀਦੀ ਆ, ਮਤਲਬ ਕਿ ਸਟਾਕਸ ਦੇ ਵਿੱਚ ਪੈਸਾ ਲਗਾਉਣਾ ਚਾਹੀਦਾ ਜਾਂ ETFs ਦੇ ਵਿੱਚ ਪੈਸਾ ਲਗਾਉਣਾ ਚਾਹੀਦਾ ਜਾਂ ਬੈਂਕ ਦੇ ਵਿੱਚ ਪੈਸਾ ਰੱਖਣਾ ਚਾਹੀਦਾ। ਪਿੱਛੇ ਤੁਸੀਂ ਦੇਖ ਹੀ ਲਿਆ ਹੋਣਾ, ਕਿਚਨ ਦੇ ਵਿੱਚ ਖੜਾ ਮੈਂ, ਰੂਮਸ ਦੇ ਵਿੱਚ ਕਾਫੀ ਡਾਰਕਨੈਸ ਆ, ਇਸ ਕਰਕੇ ਮੈਨੂੰ ਲੱਗਾ ਕਿ ਇਹ ਵੀਡੀਓ ਇਸ ਤਰ੍ਹਾਂ ਸ਼ੇਅਰ ਕਰਨੀ ਚਾਹੀਦੀ ਆ ਤੁਹਾਡੇ ਨਾਲ। ਤੁਸੀਂ ਜੇ ਇਨਵੈਸਟਿੰਗ ਜਾਂ ਟ੍ਰੇਡਿੰਗ ਸਟਾਰਟ ਕਰਨ ਦੇ ਚਾਹਵਾਨ ਹੋ ਤਾਂ ਤੁਹਾਨੂੰ ਇਹ ਇਨਫੋਰਮੇਸ਼ਨ ਜ਼ਰੂਰ ਪਤਾ ਹੋਣੀ ਚਾਹੀਦੀ ਹੈ ਕਿ ਤੁਹਾਡਾ ਪੈਸਾ ਜਿਹੜਾ ਰਾਈਟ ਜਗ੍ਹਾ ਤੇ ਲੱਗੇ, ਕਦੀ ਵੀ ਲਾਸ ਤੁਹਾਨੂੰ ਨਾ ਹੋਵੇ ਜਾਂ ਤੁਹਾਡੇ ਪੈਸੇ ਦੀ ਵੈਲਿਊ ਨਾ ਘਟੇ। ਇਸ ਵੀਡੀਓ ਦੇ ਵਿੱਚ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ, ਟ੍ਰੇਡਿੰਗ ਜਾਂ ਇਨਵੈਸਟਿੰਗ ਦੇ ਵਿੱਚ ਫਰਕ ਕੀ ਆ। ਜੇ ਅਸੀਂ ਟ੍ਰੇਡਿੰਗ ਕਰਦੇ ਹਾਂ, ਟ੍ਰੇਡਿੰਗ ਦੇ ਵਿੱਚ ਹੁੰਦਾ ਕਿ ਅਸੀਂ ਇੱਕ ਡੇ ਟ੍ਰੇਡਿੰਗ ਜਾਂ ਬਹੁਤ ਘੱਟ ਟਾਈਮ ਦੇ ਲਈ 2 ਜਾਂ 3 ਘੰਟਿਆਂ ਦੇ ਲਈ ਆਪਣਾ ਪੈਸਾ ਸਟਾਕ ਮਾਰਕੀਟ ਦੇ ਵਿੱਚ ਲਗਾਉਂਦੇ ਆ। ਉਹ ਭਾਵੇਂ ਕਿਸੇ ਸਟਾਕ ਦੇ ਵਿੱਚ ਹੋ ਸਕਦਾ, ਭਾਵੇਂ ਕ੍ਰਿਪਟੋ ਕਰੰਸੀ ਦੇ ਵਿੱਚ ਹੋ ਸਕਦਾ, ਤੇ ਜਦੋਂ ਸਟਾਕ ਅਪ ਜਾਂਦਾ ਉਸ ਤੋਂ ਬਾਅਦ ਅਸੀਂ ਜਿੰਨਾ ਵੀ ਪ੍ਰੋਫਿਟ ਹੁੰਦਾ ਆਪਣਾ ਕਢਾ ਲੈਂਦੇ ਆ। ਪਰ ਇਹਦੇ ਵਿੱਚ 70 ਤੋਂ 80% ਲੋਕ ਜਿਹੜੇ ਆ ਉਹ ਆਪਣਾ ਪੈਸਾ ਲੂਜ਼ ਕਰਦੇ ਆ, ਮਨੀ ਆਪਣੀ ਗਵਾ ਲੈਂਦੇ ਆ। ਕਿਉਂਕਿ ਡੇ ਟ੍ਰੇਡਿੰਗ ਜਾਂ ਜਿਹੜੀ ਇਸ ਤਰ੍ਹਾਂ ਦੀ ਟ੍ਰੇਡਿੰਗ ਹੁੰਦੀ ਆ, ਇਹਦੇ ਵਿੱਚ ਤੁਸੀਂ ਸਟਾਕ ਦੇ ਉੱਤੇ ਨਿਰਭਰ ਹੁੰਦੇ ਹੋ। ਜਿਸ ਸਟਾਕ ਦੇ ਵਿੱਚ ਤੁਸੀਂ ਪੈਸਾ ਲਾਇਆ, ਜੇ ਉਹ ਅਬਵ ਨਾ ਗਿਆ ਤੇ ਉਹ ਮਾਈਨਸ ਦੇ ਵਿੱਚ ਹੋ ਗਿਆ ਜਾਂ ਉਹਦੀ ਪੋਜੀਸ਼ਨ ਜਿਹੜੀ ਆ ਮਾਈਨਸ ਦੇ ਵਿੱਚ ਜਾਣੀ ਸ਼ੁਰੂ ਹੋ ਗਈ, ਜੇ ਤੁਸੀਂ ਸਟਾਪ ਲਾਸ ਲਾ ਕੇ ਵੀ ਆਪਣਾ ਪੈਸਾ ਕਢਾ ਲੈਂਦੇ ਹੋ ਤਾਂ ਵੀ 7 ਤੋਂ 8% ਤੱਕ ਦਾ ਲਾਸ ਹੋ ਜਾਂਦਾ। ਤੇ ਦੂਸਰਾ ਇਨਵੈਸਟਿੰਗ ਦੇ ਵਿੱਚ ਇਸ ਤਰ੍ਹਾਂ ਹੁੰਦਾ, ਤੁਸੀਂ ਕੋਈ ਕੰਪਨੀਆਂ ਚੂਜ਼ ਕਰਦੇ ਹੋ ਜਾਂ ETF ਚੂਜ਼ ਕਰਦੇ ਹੋ ਜਿਨ੍ਹਾਂ ਦੇ ਵਿੱਚ ਤੁਸੀਂ ਪੈਸਾ ਲਗਾਉਣਾ। ਉਹ ਕੰਪਨੀਆਂ ਦੇ ਬਾਰੇ ਰਿਸਰਚ ਕਰਦੇ ਹੋ ਕਿ ਉਹ ਵਧੀਆ ਨੇ, ਉਹਨਾਂ ਦਾ ਤਰੀਕਾ ਕਿਵੇਂ ਦਾ, ਤੇ ਉਹ ਫਿਊਚਰ ਦੇ ਵਿੱਚ ਥੋੜਾ ਗਰੋ ਕਰ ਸਕਦੀਆਂ ਜਾਂ ਨਹੀਂ। ਤੇ ਉਸ ਤੋਂ ਬਾਅਦ ਤੁਸੀਂ ਉਹਨਾਂ ਦੇ ਵਿੱਚ ਪੈਸਾ ਇਨਵੈਸਟ ਕਰਦੇ ਹੋ 2 ਤਰੀਕੇ ਦੇ ਨਾਲ। ਇੱਕ ਤਾਂ ਹੁੰਦਾ ਥੋੜੇ ਟਾਈਮ ਦੇ ਲਈ, ਉਹ ਹੋ ਸਕਦਾ 2-3 ਮੰਥ ਦੇ ਲਈ, 2 ਵੀਕਸ ਦੇ ਲਈ ਕਿਸੇ ਸਟਾਕ ਦੇ ਵਿੱਚ ਪੈਸਾ ਲਗਾਇਆ ਤੇ ਉਸ ਤੋਂ ਬਾਅਦ ਪੈਸਾ ਕਢਾ ਲਿਆ ਜਦੋਂ ਤੁਹਾਨੂੰ ਪ੍ਰੋਫਿਟ ਹੋਇਆ। ਤੇ ਦੂਸਰਾ ਹੁੰਦਾ ਲੌਂਗ ਟਰਮ ਦੀ ਇਨਵੈਸਟਿੰਗ ਦੇ ਵਿੱਚ ਤੁਸੀਂ ਘੱਟ ਤੋਂ ਘੱਟ 3 ਜਾਂ 4 ਸਾਲ ਆਪਣੇ ਮਾਈਂਡ ਦੇ ਵਿੱਚ ਹੀ ਆਪਣਾ ਪਲਾਨ ਰੈਡੀ ਕਰਦੇ ਹੋ ਕਿ ਤੁਸੀਂ ਕਿੰਨਾ ਟਾਈਮ ਜਿਹੜਾ ਪੈਸਾ ਇਨਵੈਸਟ ਕਰਨਾ। ਤੇ ਉਸ ਤਰ੍ਹਾਂ ਤੁਸੀਂ ਇਨਵੈਸਟਿੰਗ ਕਰਦੇ ਹੋ ਕਿਸੇ ETF ਦੇ ਵਿੱਚ ਜਾਂ ਸਟਾਕ ਦੇ ਵਿੱਚ। ਜਿੱਦਾਂ ਉਹ ਕੰਪਨੀ ਗਰੋ ਕਰਦੀ ਹੈ, ਜੇ ਉਹ ਕੰਪਨੀ ਵਧੀਆ ਆ, ਉਹਦੇ ਫਿਊਚਰ ਦੇ ਵਿੱਚ ਪਲਾਨਸ ਵਧੀਆ ਨੇ ਤੇ ਉਹ ਫਿਊਚਰ ਦੇ ਵਿੱਚ ਕੰਮ ਵਧੀਆ ਕਰ ਰਹੀ ਆ, ਤੇ ਓਬਵੀਅਸ ਆ ਉਹ ਕੰਪਨੀ ਗਰੋ ਕਰੇਗੀ ਤੇ ਤੁਹਾਡਾ ਪੈਸਾ ਵੀ ਉਸ ਦੇ ਵਿੱਚ ਗਰੋ ਹੁੰਦਾ। ਤੇ ਇਹ ਤਾਂ ਹੋ ਗਿਆ ਸਿੰਪਲ ਜਿਹਾ ਤਰੀਕਾ ਟ੍ਰੇਡਿੰਗ ਜਾਂ ਇਨਵੈਸਟਿੰਗ। ਬੈਂਕ ਦੇ ਵਿੱਚ ਪੈਸਾ ਕਿਉਂ ਨਹੀਂ ਰੱਖਣਾ ਚਾਹੀਦਾ? ਬੈਂਕ ਦੇ ਵਿੱਚ ਜਿਹੜਾ ਪੈਸਾ ਆ ਉਹ ਕਾਫੀ ਹੱਦ ਤੱਕ ਜਿਹੜਾ ਜਰਮਨ ਦੇ ਵਿੱਚ ਆ ਉਹ ਤਾਂ ਮਾਈਨਸ ਦੇ ਵਿੱਚ ਹੋ ਜਾਂਦਾ, ਕਿਉਂਕਿ ਜਰਮਨ ਦੇ ਵਿੱਚ ਮਾਈਨਸ ਦੇ ਵਿੱਚ ਇੰਟਰਸਟ ਲੱਗਦਾ। ਤੁਸੀਂ ਹੋਰ ਕਿਸੇ ਕੰਟਰੀ 'ਚ ਵੀ ਹੋ ਸਕਦੇ ਆ, ਉੱਥੇ ਤੁਸੀਂ ਦੇਖ ਸਕਦੇ ਆ ਤੁਹਾਡੀ ਕੰਟਰੀ ਦਾ ਕੀ ਹਿਸਾਬ ਕਿਤਾਬ ਆ। ਬੈਂਕ ਦੇ ਵਿੱਚ ਅਸੀਂ ਪੈਸਾ ਰੱਖਦੇ ਆ, ਸਾਡਾ ਗਰੋ ਕਰਦਾ 2 ਤੋਂ 3%, 1%, ਪਰ ਉਸ ਦੇ ਨਾਲ ਇਨਫਲੇਸ਼ਨ ਜਿਹੜੀ ਆ, ਮਹਿੰਗਾਈ ਹਰ ਵੀਕ, ਹਰ ਮੰਥ, ਹਰ ਸਾਲ ਦੁੱਗਣੀ ਤਿੱਗਣੀ ਹੁੰਦੀ ਜਾ ਰਹੀ ਆ। ਪਰ ਪੈਸਾ ਸਾਡਾ ਉਨਾ ਗਰੋ ਨਹੀਂ ਹੁੰਦਾ। ਜੇ ਸਾਡਾ ਉਹ ਪੈਸਾ ਵੱਧਦਾ ਵੀ ਆ, ਅਗਲੇ ਸਾਲ ਤੱਕ ਮਹਿੰਗਾਈ ਇੰਨੀ ਵੱਧ ਜਾਂਦੀ ਆ ਕਿ ਉਹ ਵੈਲਿਊ ਪੈਸੇ ਦੀ ਘਟ ਜਾਂਦੀ ਆ। ਤੇ ਉਸ ਪੈਸੇ ਨੂੰ ਜੇ ਤੁਸੀਂ ਸਟਾਕ ਮਾਰਕੀਟ ਦੇ ਵਿੱਚ ਲਗਾਇਆ ਹੋਇਆ, ਸਟਾਕ ਮਾਰਕੀਟ ਦੇ ਵਿੱਚ ਜੇ ਤੁਸੀਂ ETF ਚੂਜ਼ ਕੀਤਾ ਹੋਇਆ, ਹਰ ਇੱਕ ETF ਅਲੱਗ-ਅਲੱਗ ਤਰੀਕੇ ਦੇ ਨਾਲ ਕੰਮ ਕਰਦਾ। ਪਰ ਪਿਛਲੇ 10 ਸਾਲਾਂ ਦੀ ਜੇ ਹਰ ਇੱਕ ETF ਦੀ ਦੇਖਿਆ ਜਾਵੇ, ਟੌਪ ਦੇ 10 ETF ਦੇ ਵਿੱਚੋਂ ਇੱਕ ਜਿਹੜਾ ਨਾਮੀ ETF ਹੈ ਉਹ ਹੈਗਾ SPY, ਜਿਹਨੂੰ SP 500 ਕਹਿ ਦਿੰਦੇ ਆ। ਉਹਦੇ ਵਿੱਚ ਕਾਫੀ ਵੱਡੀਆਂ ਕੰਪਨੀਆਂ ਨੇ ਤੇ ਉਹਦੇ ਬਾਰੇ ਡਿਟੇਲ 'ਚ ਗੱਲ ਕਰਾਂਗੇ। ਤੇ ਉਹ ਹਮੇਸ਼ਾ ਜਿਹੜਾ 1 ਸਾਲ ਦਾ 30 ਤੋਂ 25% ਜਿਹੜਾ ਵੱਧ ਹੀ ਜਾਂਦਾ। ਤੇ ਇਸ ਦੇ ਨਾਲ ਕੀ ਹੋਏਗਾ, ਤੁਹਾਡਾ 1 ਸਾਲ ਦੇ ਬਾਅਦ 30 ਤੋਂ 25% ਜਾਂ 25 ਤੋਂ 30% ਪੈਸਾ ਵੱਧ ਗਿਆ। ਉਸ ਤੋਂ ਬਾਅਦ ਅਗਲੇ ਸਾਲ ਜਦੋਂ ਪੈਸਾ ਵਧੇਗਾ ਉਹ ਉਸ ਟੋਟਲ ਅਮਾਉਂਟ ਤੇ ਪੈਸਾ ਵਧੇਗਾ। ਇਸ ਤਰ੍ਹਾਂ ਤੁਹਾਡਾ ਪੈਸਾ ਜਿਹੜਾ ਹਮੇਸ਼ਾ ਗਰੋ ਜ਼ਿਆਦਾ ਕਰਦਾ। ਤੇ ਹੁਣ ਗੱਲ ਕਰਦੇ ਹਾਂ ਮੇਨ ETF ਜਾਂ ਸਟਾਕਸ ਦੇ ਵਿੱਚ ਕੀ ਹੁੰਦਾ। ਸਟਾਕ ਦੇ ਵਿੱਚ ਕੋਈ ਕੰਪਨੀ ਦਾ ਇਕੱਲਾ ਸਟਾਕ ਹੁੰਦਾ। ਫਾਰ ਐਗਜ਼ਾਮਪਲ ਦੇ ਲਈ ਜੇ ਐਪਲ ਕੰਪਨੀ ਆ, ਉਸ ਦਾ ਤੁਸੀਂ ਇੱਕ ਸਟਾਕ ਖਰੀਦਦੇ ਹੋ, ਉਸ ਤੋਂ ਬਾਅਦ ਜੇ ਉਹ ਕੰਪਨੀ ਗਰੋ ਨਹੀਂ ਕਰਦੀ, ਪੋਜ਼ਿਟਿਵ ਦੇ ਵਿੱਚ ਨਹੀਂ ਜਾਂਦਾ ਉਹਦਾ ਸਟਾਕ, ਤੇ ਉਸ ਦੇ ਨਾਲ ਤੁਹਾਡਾ ਜਿਹੜਾ ਸਟਾਕ ਜਾਂਦਾ ਉੱਥੇ ਖੜੇਗਾ ਜਾਂ ਲੋ ਦੇ ਵਿੱਚ ਜਾਏਗਾ। ਜੇ ਕਾਫੀ ਕਰੈਕਸ਼ਨ ਹੁੰਦੀ ਆ ਮਾਰਕੀਟ ਦੇ ਵਿੱਚ, ਕੋਈ ਪ੍ਰੋਬਲਮ ਆ ਜਾਂਦੀ ਆ ਤੇ ਉਹ ਸਟਾਕ ਡਾਊਨ ਹੋ ਜਾਂਦਾ ਤੇ ਤੁਹਾਡੇ ਕਾਫੀ ਪੈਸੇ ਲਾਸ ਹੋਣ ਦੇ ਚਾਂਸਸ ਨੇ, ਕਿਉਂਕਿ ਤੁਹਾਡੇ ਕੋਲ ਇਕੱਲਾ ਇੱਕ ਹੀ ਆਪਸ਼ਨ ਆ, ਇੱਕ ਕੰਪਨੀ ਦੇ ਹੀ ਸਟਾਕਸ ਆ। ਉਹ ਵੱਧ ਜਾਏਗਾ ਤਾਂ ਤੁਹਾਡਾ ਪੈਸਾ ਗਰੋ ਕਰੇਗਾ, ਨਹੀਂ ਜਾਏਗਾ ਤਾਂ ਤੁਹਾਡਾ ਪੈਸਾ ਜਿਹੜਾ ਉੱਥੇ ਖੜ ਸਕਦਾ ਜਾਂ ਲਾਸ ਦੇ ਵਿੱਚ ਜਾ ਸਕਦਾ। ਤੇ ਦੂਸਰੇ ਪਾਸੇ ETF ਦੇ ਵਿੱਚ ਕੰਪਨੀਆਂ ਦਾ ਜੁਆਇੰਟ ਹੁੰਦਾ। ਇੱਕ ETF ਦੇ ਵਿੱਚ 50 ਕੰਪਨੀਆਂ ਵੀ ਹੁੰਦੀਆਂ, 100 ਵੀ ਹੁੰਦੀਆਂ, ਕਾਫੀਆਂ ਦੇ ਵਿੱਚ 500 ਵੀ ਹੁੰਦੀਆਂ ਤੇ 1600 ਤੱਕ ਦੀਆਂ ਕੰਪਨੀਆਂ ਦੇ ਜਿਹੜੇ ETFs ਹੈਗੇ ਨੇ। ਉਹਨਾਂ ਦੇ ਵਿੱਚ ਸਭ ਤੋਂ ਵੱਡੀਆਂ ਕੰਪਨੀਆਂ ਦੁਨੀਆ ਦੀਆਂ, ਜਿਹਦੇ ਵਿੱਚ ਤੁਸੀਂ ਨਾਮ ਲੈ ਸਕਦੇ ਹੋ Amazon ਦਾ,
ਅਲਫਾਬੈਟ ਦਾ ਜਾਂ ਟੈਸਲਾ ਦਾ, ਜਿਹੜੀਆਂ ਕਿ ਬਹੁਤ ਵੱਡੀ ਮਾਰਕੀਟ ਕੈਪ ਦੀਆਂ ਨੇ, ਉਹ ਇੱਕੇ ETF ਦੇ ਵਿੱਚ ਹੁੰਦੀਆਂ। ਤੇ ਉਸ ਦੇ ਨਾਲ ਕੀ ਹੁੰਦਾ, ਜੇ ਕੰਪਨੀ ਇੱਕ ਲੋ ਦੇ ਵਿੱਚ ਚੱਲਦੀ ਆ, ਦੂਸਰੀ ਪੋਜ਼ਿਟਿਵ ਦੇ ਵਿੱਚ ਚੱਲਦੀ ਆ, ਤੀਸਰੀ ਬਰਾਬਰ ਜਿਹੀ ਚੱਲਦੀ ਆ ਇਕੁਅਲ, ਉਸ ਦੇ ਨਾਲ ਤੁਹਾਡਾ ਪੈਸਾ ਜ਼ਿਆਦਾ ਜਿਹੜਾ ਲਾਸ ਨਹੀਂ ਹੁੰਦਾ। ਤੇ ਹਮੇਸ਼ਾ ਜਿਹੜੀ ਆ ਸਟਾਕ ਮਾਰਕੀਟ ਤਾਂ ਵੈਰੀ ਕਰਦੀ ਰਹਿੰਦੀ ਆ ਤੇ ਤੁਹਾਡਾ ਪੈਸਾ ਵੀ ਵੈਰੀ ਹੁੰਦਾ ਰਹਿੰਦਾ, ਜਿਵੇਂ ਕਿ ਅੱਜ ਘਟ ਗਿਆ, ਕੱਲ ਨੂੰ ਵੱਧ ਗਿਆ, ਫਿਰ ਮੰਥ ਨੂੰ ਹੋਰ ਵੱਧ ਗਿਆ, ਘਟ ਗਿਆ, ਇਸ ਤਰ੍ਹਾਂ ਚੱਲਦਾ ਰਹਿੰਦਾ। ਪਰ ਜੇ ਤੁਸੀਂ ਲੌਂਗ ਟਰਮ ਇੱਕ ਤਰ੍ਹਾਂ ਦੇ ਇਨਵੈਸਟਰ ਹੋ, ਤੁਸੀਂ ਹਰ ਮੰਥ ਆਪਣਾ ਪੈਸਾ ਇਨਵੈਸਟ ਕਰਦੇ ਹੋ ਸਟਾਕ ਮਾਰਕੀਟ ਦੇ ਵਿੱਚ, ਤੇ ਉਹ ਹੌਲੀ ਹੌਲੀ ਕਰਕੇ ਅੱਜ ਤੋਂ 5 ਸਾਲਾਂ ਬਾਅਦ 10 ਸਾਲਾਂ ਬਾਅਦ ਇੰਨਾ ਕੁ ਗਰੋ ਹੋ ਜਾਂਦਾ ਕਿ ਤੁਸੀਂ ਉਹ ਪੈਸਾ ਜਿਹੜਾ ਕਦੀ ਵੀ ਆਪਣੀ ਬੈਂਕ ਤੋਂ ਉਹਨਾਂ ਰਿਟਰਨ ਨਹੀਂ ਲੈ ਸਕਦੇ, ਜਾਂ ਆਪਣੀ ਸੇਵਿੰਗ ਆਪਣੇ ਘਰ ਦੇ ਵਿੱਚ ਪੈਸਾ ਰੱਖ ਕੇ ਉਸ ਤੋਂ ਪੈਸਾ ਗਰੋ ਨਹੀਂ ਕਰ ਸਕਦੇ। ਇਸ ਤਰ੍ਹਾਂ ਤੁਸੀਂ ਇਹਨਾਂ ਦੋਨਾਂ ਦੇ ਵਿੱਚੋਂ ਚੂਜ਼ ਕਰ ਸਕਦੇ ਹੋ, ਤੁਹਾਡੇ ਤੇ ਡਿਪੈਂਡ ਆ ਕੰਪਨੀਆਂ ਦੇ ਸਟਾਕਸ ਦੇ ਵਿੱਚ ਪੈਸਾ ਲਗਾਉਣਾ ਜਾਂ ETF ਦੇ ਵਿੱਚ। ਪਰ ਜੇ ਤੁਸੀਂ ਇੱਕ ਤਰ੍ਹਾਂ ਦੇ ਨਵੇਂ ਹੋ ਸਟਾਕ ਮਾਰਕੀਟ ਦੇ ਵਿੱਚ, ਤਾਂ ਤੁਹਾਨੂੰ ਹਮੇਸ਼ਾ ETF ਚੂਜ਼ ਕਰਨਾ ਚਾਹੀਦਾ। ਪਹਿਲਾਂ ਸਟਾਕ ਮਾਰਕੀਟ ਦੇ ਵਿੱਚ ਪੈਸਾ ਡਾਇਰੈਕਟ ਸਟਾਕਸ ਦੇ ਵਿੱਚ ਨਹੀਂ ਲਗਾਉਣਾ ਚਾਹੀਦਾ। ਤੇ ਸਭ ਤੋਂ ਨਾਮੀ ETF ਜਿਸ ਦਾ ਨਾਮ SP500, ਇਹਦੇ ਵਿੱਚ ਲਗਭਗ ਸਾਰੀਆਂ ਦੁਨੀਆ ਦੀਆਂ ਵੱਡੀਆਂ ਤੋਂ ਵੱਡੀਆਂ ਕੰਪਨੀਆਂ ਦੀ ਹੋਲਡਿੰਗ ਹੈਗੀ ਆ, ਤੇ ਨਾਲ ਨਾਲ ਪਿਕਚਰਸ ਤੁਸੀਂ ਦੇਖ ਸਕਦੇ ਆ। ਮੈਂ ਕੋਸ਼ਿਸ਼ ਕਰਾਂਗਾ। ETFs ਦੀਆਂ ਵੈਸੇ ਤਾਂ ਬਹੁਤ ਸਾਰੀਆਂ ਟਾਈਪਸ ਹੁੰਦੀਆਂ ਨੇ, ਪਰ ਜਿਸ ਤਰ੍ਹਾਂ ਦਾ ਵੀ ETF ਤੁਸੀਂ ਚੂਜ਼ ਕਰਨਾ ਚਾਹੁੰਦੇ ਹੋ ਉਹ ਲੈ ਸਕਦੇ ਹੋ। ਪਰ ਸਾਰੀ ਦੁਨੀਆ ਜ਼ਿਆਦਾਤਰ SP500 ਦੇ ਵਿੱਚ ਪੈਸਾ ਲਗਾਉਂਦੀ ਆ, ਕਿਉਂਕਿ ਬਹੁਤ ਇਹ ਨਾਮੀ ETF ਹੈ ਤੇ ਦੂਸਰਾ ਕਾਫੀ ਸਿਕਿਉਰ ਆ, ਲੋ ਰਿਸਕ ਆ ਇਹਦੇ ਵਿੱਚ ਪੈਸੇ ਦਾ, ਤੇ ਗਰੋ ਵੀ ਕਾਫੀ ਕਰਦਾ। 10 ETF ਟੌਪ ਦੇ ਨੇ ਦੁਨੀਆ ਦੇ ਵਿੱਚ, ਉਹਨਾਂ ਦੇ ਵਿੱਚੋਂ ਹਿਸਟਰੀ 'ਚ ਦੂਸਰੇ ਨੰਬਰ ਤੇ ਇਹੀ ETF ਆ ਜਿਹਦੇ ਵਿੱਚ ਲੋਕ ਜ਼ਿਆਦਾ ਪੈਸਾ ਲਗਾਉਂਦੇ ਨੇ। ਪਰ ਇਹ ETF ਪਿਛਲੇ 3 ਜਾਂ 4 ਸਾਲਾਂ ਦੇ ਵਿੱਚ 65 ਤੋਂ 70% ਤੱਕ ਗਰੋ ਕੀਤਾ। ਫਾਰ ਐਗਜ਼ਾਮਪਲ, ਜੇ ਤੁਸੀਂ 2017 ਦੇ ਵਿੱਚ ਪੈਸਾ ਇੱਥੇ 2000 ਯੂਰੋ ਜਾਂ 4000 ਯੂਰੋ ਲਗਾਇਆ ਹੁੰਦਾ, 65 ਤੋਂ 70% ਤੱਕ ਤੁਹਾਡਾ ਪੈਸਾ ਵੱਧ ਜਾਣਾ ਸੀ। ਤੇ ਉਹ ਲੌਂਗ ਟਰਮ ਦੀ ਹੋਲਡਿੰਗ ਦੇ ਵਿੱਚ ਹੀ ਵੱਧਦਾ। ਇਨਵੈਸਟਿੰਗ ਲੌਂਗ ਟਰਮ ਲਈ ਬਹੁਤ ਜ਼ਰੂਰੀ ਆ। ਅੱਜ ਤੁਸੀਂ ਕਮਾ ਰਹੇ ਹੋ, ਬਣਾ ਰਹੇ ਹੋ, ਪਰ ਫਿਊਚਰ ਦੇ ਵਿੱਚ ਤੁਹਾਡੇ ਕੋਲ ਕੋਈ ਵੀ ਪ੍ਰੋਬਲਮ ਆ ਸਕਦੀ ਆ। ਇਸ ਤਰ੍ਹਾਂ ਤੁਸੀਂ ਅੱਜ ਦੇ ਪੈਸੇ ਚੋਂ ਕੁਝ ਨਾ ਕੁਝ ਪੈਸਾ ਕੱਢ ਕੇ 50 ਯੂਰੋ ਜਾਂ 100 ਯੂਰੋ ਤੁਸੀਂ ਇੱਕ ਤਰ੍ਹਾਂ ਦੀ ਫਿਕਸਡ ਅਮਾਉਂਟ ਰੱਖ ਸਕਦੇ ਹੋ। ਤੁਹਾਡੇ ਅਕਾਊਂਟ ਦੇ ਵਿੱਚੋਂ ਡਾਇਰੈਕਟ ਪੈਸੇ ਕੱਟ ਹੋ ਜਾਂਦੇ ਆ। ਮਾਰਕੀਟ ਹਮੇਸ਼ਾ ਉੱਤੇ ਥੱਲੇ ਚੱਲਦੀ ਰਹਿੰਦੀ, ਪਰ ਲੌਂਗ ਟਰਮ ਲਈ ਜੇ ਤੁਸੀਂ ਹੋਲਡਰ ਹੋ 5-7 ਸਾਲ ਦੇ, 10 ਸਾਲ ਦੇ ਲਈ, ਤੇ ਤੁਹਾਡਾ ਹਮੇਸ਼ਾ ਪੈਸਾ ਗਰੋ ਕਰੇਗਾ ਹੀ ਕਰੇਗਾ। ਗਰੰਟੀ ਆ ਸਟਾਕ ਮਾਰਕੀਟ ਦੇ ਵਿੱਚ ਜੇ ਕੋਈ ਕ੍ਰੈਸ਼ ਮਾਰਕੀਟ ਨਹੀਂ ਹੁੰਦੀ ਜਾਂ ਕਰੈਕਸ਼ਨ ਨਹੀਂ ਹੁੰਦੀ, ਤਾਂ ਹਮੇਸ਼ਾ ਹੀ ਪੈਸਾ ਗਰੋ ਕੀਤਾ ਹੀ ਕੀਤਾ ਆ, ਜਿੰਨੇ ਵੀ ਇਨਵੈਸਟਰਾਂ ਨੇ ਪੈਸਾ ਲਗਾਇਆ ਹੋਇਆ। ਤੇ ਦੂਸਰਾ, ਸਟਾਕ ਮਾਰਕੀਟ ਦੇ ਵਿੱਚ ਪੈਸੇ ਨੂੰ ਗਰੋ ਕਰਾਉਣ ਦੇ ਲਈ ਜਾਂ ਕਰਨ ਦੇ ਲਈ ਤੁਹਾਡੇ ਕੋਲ ਪੇਸ਼ੈਂਸ ਹੋਣੇ ਬਹੁਤ ਜ਼ਰੂਰੀ ਆ। ਜੇ ਤੁਸੀਂ ਲੌਂਗ ਟਰਮ ਦੇ ਇਨਵੈਸਟਰ ਹੋ, ਫੇਰ ਹੀ ਤੁਸੀਂ ਜਿਹੜੀ ਆ ਸਟਾਕ ਮਾਰਕੀਟ ਦੇ ਵਿੱਚ ਪੈਸਾ ਆਪਣਾ ਵਧਾ ਸਕਦੇ ਹੋ। ਕੁਝ ਮੈਂ ਡਾਟਾ ਤੁਹਾਡੇ ਨਾਲ ਸ਼ੇਅਰ ਕਰਦਾ SP500 ਦਾ। SP500 ਜਿਹੜਾ ਆ ਉਸ ਦਾ ਰੇਟ ਜਿਹੜਾ ਇਸ ਵੇਲੇ 352 ਯੂਰੋ ਆ, ਤੇ ਤੁਸੀਂ ਉਹਦੇ ਵਿੱਚ ਪੈਸਾ ਜੇ ਲਗਾਉਣਾ ਚਾਹੁੰਦੇ ਆ ਤੁਸੀਂ ਲਗਾ ਸਕਦੇ ਆ। ਤੁਸੀਂ ਉਹਦਾ ਜਿਹੜਾ ਆ ਇੱਕ ਸਪਾਰ ਪਲਾਨ ਜਿਹੜਾ ਕਿ ਫਿਕਸ ਰੇਟ ਤੇ ਤੁਸੀਂ 50 ਯੂਰੋ 100 ਯੂਰੋ ਮੰਥਲੀ ਜਿਹੜੇ ਕਰਾ ਸਕਦੇ ਹੋ। ਹਰ ਇੱਕ ਐਪ ਦੇ ਵਿੱਚ ਇਸ ਤਰ੍ਹਾਂ ਦੀ ਪੋਸੀਬਿਲਿਟੀ ਹੈਗੀ ਆ ਕਿ ਤੁਸੀਂ 50 ਜਾਂ 100 ਯੂਰੋ 200 ਯੂਰੋ, ਤੇ ਮੈਂ 400 ਯੂਰੋ ਕਰਵਾਉਣਾ, ਦੋਵਾਂ ਦੇ ਵਿੱਚ 50 ਯੂਰੋ ਕਰਵਾਉਣਾ, ਤੇ 4 ਮੇਰੇ ਸਟਾਕਸ ਦੇ ਜਿਹੜੇ ETF ਨੇ ਉਹਨਾਂ ਦੇ ਵਿੱਚ ਮੈਂ 10 ਯੂਰੋ ਕਰਾਉਣਾ, ਦੋਵਾਂ ਦੇ ਵਿੱਚ 15 ਯੂਰੋ ਕਰਾਉਣਾ। ਤੇ ਇਹ ਸਿਰਫ ਮੇਰੀ ਲੌਂਗ ਟਰਮ ਦੀ ਹੋਲਡਿੰਗ ਲਈ ਆ। ਇਸ ਤਰ੍ਹਾਂ ਨਹੀਂ ਹੈਗਾ ਕਿ ਮੈਂ ਸਾਲ 1.5 ਸਾਲ ਦੇ ਵਿੱਚ ਵੇਚ ਦੇਵਾਂਗਾ। 4-5 ਸਾਲ 10 ਸਾਲ ਤੱਕ ਮੈਂ ਇਹਨਾਂ ਨੂੰ ਹੋਲਡ ਕਰਕੇ ਰੱਖਾਂਗਾ। ਤੇ ਉਸ ਤੋਂ ਬਾਅਦ ਜਿਹੜੀ SP500 ਦੇ ਵਿੱਚ ਸਟਾਕਸ ਦੀ ਹੋਲਡਿੰਗ ਆ, ਸਭ ਤੋਂ ਜ਼ਿਆਦਾ ਉਹਦੇ ਵਿੱਚ ਹੈਗੀ ਆ ਐਪਲ ਦੀ 5.7, ਉਸ ਤੋਂ ਬਾਅਦ ਮਾਈਕਰੋਸਾਫਟ ਦੀ 5.3, ਐਮਾਜ਼ੋਨ, ਫੇਸਬੁੱਕ, ਅਲਫਾਬੈਟ, ਟੈਸਲਾ, ਜੌਨਸਨ, ਇਸ ਤਰ੍ਹਾਂ ਦੀਆਂ ਸਾਰੀਆਂ ਕੰਪਨੀਆਂ ਉਹਦੇ ਵਿੱਚ ਹੈਗੀਆਂ। ਇਸ ਦਾ ਮਤਲਬ ਕੀ ਹੋਇਆ, ਜੇ ਤੁਸੀਂ ਇਹ ETF ਲੈਣੇ ਆ ਤਾਂ ਤੁਹਾਨੂੰ ਇਸ ਤਰ੍ਹਾਂ ਦੇ ਸਟਾਕਸ ਜਿਹੜੇ ਕਿ ਐਪਲ, ਮਾਈਕਰੋਸਾਫਟ ਜਾਂ ਐਮਾਜ਼ੋਨ, ਉਹ ਖਰੀਦਣ ਦੀ ਲੋੜ ਹੀ ਨਹੀਂ। ਉਹਨਾਂ ਦੇ ਵਿੱਚ ਤੁਹਾਡੀ ਆਟੋਮੈਟਿਕਲੀ ਹਿੱਸੇਦਾਰੀ ਹੋ ਗਈ। ਉਹ ਤੁਹਾਡੇ ਕੋਲ ਸ਼ੇਅਰਸ ਹੈਗੇ ਨੇ, ਉਹ ਇਸ ETF ਦੇ ਥਰੂ ਹੈਗੇ ਨੇ। ਜਾਂ ਤੁਸੀਂ ਜੇ ਡਾਇਰੈਕਟ ਸ਼ੇਅਰ ਖਰੀਦਦੇ ਹੋ ਤਾਂ ਡਾਇਰੈਕਟ ਤੁਹਾਨੂੰ ਇੱਕ ਸ਼ੇਅਰ ਮਿਲ ਜਾਂਦਾ। ਜੇ ਤੁਸੀਂ ETF ਚਲਾਉਂਦੇ ਹੋ ਤਾਂ ਥੋੜੇ ਕਰਕੇ ਹਰ ਇੱਕ ਕੰਪਨੀ ਦੇ ਵਿੱਚ ਤੁਹਾਡਾ ਪੈਸਾ ETF ਦੇ ਥਰੂ ਵੰਡਿਆ ਜਾਂਦਾ। ਹਰੇਕ ਕੰਪਨੀ ਦੇ ਵਿੱਚ ਜਿੰਨੇ % ਕੰਪਨੀ ਦੀ ਹੋਲਡਿੰਗ ਆ, ਉਨੇ % ਪੈਸਾ ਤੁਹਾਡਾ ਉਹਦੇ ਵਿੱਚ ਚੱਲ ਜਾਂਦਾ। ਉਸ ਤੋਂ ਬਾਅਦ 2017 ਦੇ ਵਿੱਚ ਜਿਹੜਾ ਇਹ ETF ਆ ਉਹ 6% ਅਬਵ ਗਿਆ। 2018 ਦੇ ਵਿੱਚ ਥੋੜਾ ਜਿਹਾ ਮਾਈਨਸ ਰਿਹਾ, 0.20% ਜਿਹੜਾ ਮਾਈਨਸ ਦੇ ਵਿੱਚ ਗਿਆ। ਉਸ ਤੋਂ ਬਾਅਦ 19 ਦੇ ਵਿੱਚ 33% ਅਬਵ ਗਿਆ। ਉਸ ਤੋਂ ਬਾਅਦ 20 ਦੇ ਵਿੱਚ 30% ਅਬਵ ਗਿਆ। ਉਸ ਤੋਂ ਬਾਅਦ 21 ਦੇ ਵਿੱਚ ਹਲੇ 4 ਮੰਥ ਹੋਇਆ ਤੇ 13% ਅਬਵ ਚੱਲ ਰਿਹਾ। ਤੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਆ ਪਿਛਲੇ 3 ਸਾਲਾਂ ਦੀ ਜਿਹੜੀ ਇਹਦੀ ਡਿਟੇਲ ਆ, ਇਹ 68% ਜਿਹੜਾ ਇਹਦੇ ਵਿੱਚ ਪੈਸਾ ਗਰੋ ਹੋਇਆ। 68% ਪਹਿਲਾਂ ਨਾਲੋਂ ਲੋਕਾਂ ਨੇ ਜਿੰਨਾ ਵੀ ਪੈਸਾ ਲਾਇਆ ਸੀ ਉਹਨਾਂ ਦਾ ਗਰੋ ਹੋ ਚੁੱਕਾ।
ਤੇ ਇਸ ਤਰ੍ਹਾਂ ਦੇ ਜਿਹੜੇ ETF ਨੇ ਇਹਨਾਂ ਦੇ ਵਿੱਚ ਤੁਸੀਂ ਪੈਸਾ ਲਗਾ ਸਕਦੇ ਆ ਜੇ ਤੁਸੀਂ ਸਟਾਰਟਿੰਗ ਕਰਦੇ ਹੋ ਇਨਵੈਸਟਿੰਗ ਦੇ ਵਿੱਚ। ਦੂਸਰਾ ਤੁਹਾਡੇ ਵਿੱਚ ਪੇਸ਼ੈਂਸ ਹੋਣੇ ਚਾਹੀਦੇ ਆ ਸਟਾਕ ਮਾਰਕੀਟ ਨੂੰ ਸਹਿਣ ਦੇ, ਜੇ ਲਾਸ ਦੇ ਵਿੱਚ ਜਾਂਦੀ ਆ ਜਾਂ ਪ੍ਰੋਫਿਟ ਦੇ ਵਿੱਚ ਜਾਂਦੀ ਆ, ਕਿਉਂਕਿ ਸਟਾਕ ਮਾਰਕੀਟ ਹਮੇਸ਼ਾ ਵੈਰੀ ਕਰਦੀ ਰਹਿੰਦੀ ਆ। ਤੇ ਤੀਸਰਾ, ਤੁਸੀਂ ਜੇ ਕੋਈ ਸਟਾਕ ਖਰੀਦਦੇ ਹੋ, ਸਟਾਕ ਦੇ ਵਿੱਚ ਤੁਸੀਂ ਆਪਣੀਆਂ ਕੰਪਨੀਆਂ ਆਪ ਰਿਸਰਚ ਕਰ ਸਕਦੇ ਹੋ। ਜ਼ਿਆਦਾਤਰ ਜੇ ਤੁਸੀਂ ਨਵੇਂ ਹੋ ਤਾਂ ETF ਹੀ ਚੂਜ਼ ਕਰਿਓ। ਆਈ ਹੋਪ ਇਹ ਵੀਡੀਓ ਤੁਹਾਡੇ ਲਈ ਹੈਲਪਫੁਲ ਹੋਵੇਗੀ ਤੇ ਲਾਈਕ ਜ਼ਰੂਰ ਕਰ ਦਿਓ। ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ, ਸਬਸਕ੍ਰਾਈਬ ਕਰ ਲਿਓ। ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ।